ਇਹ ਨਹੀਂ ਕਿਸੇ ਦੇ ਸ਼੍ਰੀ ਰਾਮਦਾਸ ਜੀ ਦੇ ਅੱਗੇ ਝੁਕਣਗੇ। ਪੁੱਤਰ ਦੂਸਰੇ ਸੋ ਤਬ ਕਹਿਓ। ਫਿਰ ਧੰਨ ਸ਼੍ਰੀ ਅਮਰਦਾਸ ਜੀ ਮਹਾਰਾਜ ਗੁਰੂ ਗਰੀਬ ਨਵਾਜ ਜੀਆਂ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਨੂੰ ਇਉਂ ਆਖਿਆ ਹੈ। ਸਿੱਖੀ ਪਾਦ ਨੰਦਨ ਤੁਮ ਲੇਵਹ। ਕਿ ਇਹ ਪੁੱਤਰ ਸ਼੍ਰੀ ਰਾਮਦਾਸ ਜੀਆਂ ਦੇ ਚਰਨੀ ਲੱਗ ਕੇ ਇਹਨਾਂ ਦੇ ਸਿੱਖ ਬਣ ਜਾਓ ਤੇ ਸਿੱਖੀ ਮਹਾਨ ਸਿੱਖੀ ਦੀ ਪਦਵੀ ਲੈ ਲਵੋ। ਨਹਿ ਲੇਵਹ ਤਾ ਅਬ ਕਹਿ ਦੇਵਹ। ਜੇ ਨਹੀਂ ਨਾ ਇਹਨਾਂ ਦੇ ਚਰਨੀ ਲੱਗਣਾ, ਜੇ ਮਨ ਵਿੱਚ ਤੁਹਾਡੇ ਵੀ ਕੋਈ ਵਲਛਲ ਈਰਖਾ ਹੈ ਨਾ ਤੇ ਸਾਡਾ ਮੂੰਹ ਨਾ ਰੱਖੋ, ਛਪਾ ਨਾ ਰੱਖਣਾ, ਹੁਣੇ ਹੀ ਸਪਸ਼ਟੀ ਦੱਸ ਦਿਓ ਵੀ ਮੋਹਨ ਜੀ ਵਾਂਗੂ ਅਸੀਂ ਵੀ ਚਰਨੀ ਨਹੀਂ ਪੈਣਾ ਇਹਨਾਂ ਦੀ। ਹੁਣੇ ਹੀ ਦੱਸ ਦਿਓ ਜੇ ਤੁਹਾਡੇ ਮਨ ਵਿੱਚ ਕੋਈ ਗੱਲ ਹੈ। ਸੁਨਤ ਮੋਹਰੀ ਹਿਰਦੇ ਵਿਚਾਰਾ। ਤੇ ਬਾਬਾ ਮੋਹਰੀ ਜੀ ਛੋਟੇ ਸਾਹਿਬਜ਼ਾਦਿਆਂ ਸੁਣ ਕੇ ਮਨ ਵਿੱਚ ਵਿਚਾਰ ਕੀਤੀ ਹੈ। ਸ਼੍ਰੀ ਨਾਨਕ ਪ੍ਰਸਤਾਵ ਚਿਤਾਰਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਪ੍ਰਸਤਾਵ ਸੀ ਨਾ ਦਿੱਤਾ ਹੋਇਆ ਆਪਣੇ ਪੁੱਤਰਾਂ ਨੂੰ, ਵੀ ਸ਼੍ਰੀ ਚੰਦ ਜੀ ਨੂੰ ਆਖਿਆ ਸੀ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਲਖਮੀ ਦਾਸ ਜੀ ਨੂੰ ਵੀ ਝੁਕੋ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ, ਉਹ ਨਹੀਂ ਝੁਕੇ ਸਨ। ਉਹ ਸਾਰਾ ਪ੍ਰਸੰਗ ਬਾਬਾ ਮੋਹਰੀ ਜੀ ਸਿਆਣੇ ਨਾ ਮਨ ਵਿੱਚ ਯਾਦ ਕੀਤਾ ਹੈ। ਪੁਨ ਸ਼੍ਰੀ ਅੰਗਦ ਕੀਨਸ ਐਸੇ। ਤੇ ਫਿਰ ਦੱਸਿਆ ਵੀ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਗੁਰਤਾ ਦਿੱਤੀ ਸੀ, ਗੁਰੂ ਨਾਨਕ ਪਾਤਸ਼ਾਹ ਜੀਆਂ ਸਿੱਖ ਪੈਰੀ ਪਵਾਏ ਸੀ। ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਫਿਰ ਸਾਡੇ ਪਿਤਾ ਜੀ ਨੂੰ ਗੁਰਤਾ ਪ੍ਰਾਪਤ ਹੋਈ ਸੀ। ਸੰਗ ਸਿੱਖ ਜਿਹੜੇ ਚਰਨੀ ਪਏ ਆ। ਸਰਬ ਬ੍ਰਿਤਾਂਤ ਵਿਚਾਰਿਓ ਤੈਸੇ। ਤੇ ਹੁਣ ਆ ਸਾਡੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸ਼੍ਰੀ ਰਾਮਦਾਸ ਜੀ ਦੇ ਚਰਨੀ ਪਾ ਰਹੇ। ਭਾਵ ਪਿੱਛੋਂ ਹੀ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਰੀਤ ਚੱਲਦੀ ਆਉਂਦੀ ਹੈ। ਇਹ ਸਾਰੀ ਗੱਲਬਾਤ ਜਿਹੜੀ ਹੈ ਬਾਬਾ ਮੋਹਰੀ ਜੀਆਂ ਮਨ ਵਿੱਚ ਵਿਚਾਰੀ ਹੈ। ਜਿਸ ਕੇ ਜਾਗੈ ਭਾਗ ਵਡੇਰੇ। ਕਿਉਂਕਿ ਜਿਹਦੇ ਬਾਬਾ ਮੋਹਰੀ ਜੀ ਮਨ ਚ ਸੋਚਦੇ ਵਿਚਾਰਦੇ ਆ ਵੀ ਜਿਹਦੇ ਬੜੇ ਹੀ ਵੱਡੇ ਭਾਗ ਹੁੰਦੇ ਜਾਗਦੇ ਆ। ਪੂਰਨ ਕਿਰਪਾ ਦ੍ਰਿਸ਼ਟ ਤੇ ਹੋਏਰੇ। ਉਹਦੇ ਵੱਲੇ ਹੀ ਜਿਹੜੀ ਪੂਰੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਨਾਲ ਸਤਿਗੁਰੂ ਅਮਰਦਾਸ ਜੀ ਵੇਖਦੇ ਆ। ਕਾਲੀ ਕਾਲ ਪਰ ਜਿਸ ਥਾਏ। ਜਿਨ੍ਹਾਂ ਦੀ ਕਾਲੀ ਹੋਈ ਕਾਲਣਾ ਥਾਂ ਪੈਂਦੀ ਹੈ, ਉਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਤੇ ਇੰਨੀ ਦਇਆ ਕਰਦੇ ਆ। ਇਸ ਵਡਿਆਈ ਕੋ ਸੋ ਪਾਏ। ਉਹੀ ਇਹ ਗੁਰਤਾ ਦੀ ਵਡਿਆਈ ਪ੍ਰਾਪਤ ਕਰਦਾ। ਭਾਈ ਲਹਿਣਾ ਜੀ ਦੀ ਸੇਵਾ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਪ੍ਰਸੰਨ ਕੀਤਾ ਤੇ ਉਹ ਪਦਵੀ ਮਿਲੀ। ਭਾਈ ਲਹਿਣਾ ਜੀ ਗੁਰੂ ਅੰਗਦ ਜੀ ਹੋਏ। ਫਿਰ ਸਾਡੇ ਪਿਤਾ ਜੀਆਂ 12 ਸਾਲ ਗਾਗਰ ਢੋਈ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਘਰ ਵਿੱਚ। ਜਦੋਂ ਸਾਡੇ ਪਿਤਾ ਜੀ ਦੀ ਸੇਵਾ ਪ੍ਰਵਾਨ ਹੋਈ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਗੁਰਤਾ ਤਿਲਕ ਦਿੱਤਾ। ਤੇ ਹੁਣ ਬਾਬਾ ਮੋਹਰੀ ਜੀ ਇਹ ਵੀ ਵਿਚਾਰਦੇ ਆ ਵੀ ਇਹਦੇ 'ਚ ਕਿਸੇ ਦਾ ਜ਼ੋਰ ਨਹੀਂ। ਸ਼੍ਰੀ ਰਾਮਦਾਸ ਜੀ ਮਹਾਰਾਜ ਜੀਆਂ ਦੀ ਸੇਵਾ ਹੁਣ ਗੁਰੂ ਅਮਰਦਾਸ ਮਹਾਰਾਜ ਨੂੰ ਭਾ ਗਈ ਹੈ, ਜਿਸ ਕਰਕੇ ਗੁਰਤਾ ਦਾ ਤਿਲਕ ਵਡਿਆਈ ਇਹਨਾਂ ਨੂੰ ਮਿਲ ਰਹੀ ਹੈ। ਕਰੈ ਈਰਖਾ ਕੈਸੇ ਹੋ ਕੋਈ। ਤੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਵਡਿਆ ਰਹੇ ਆ, ਫਿਰ ਅਸੀਂ ਕੌਣ ਹੁੰਨੇ ਆ ਜਿਹੜੇ ਇਹਨਾਂ ਦੇ ਨਾਲ ਈਰਖਾ ਕਰੀਏ। ਮਿਟਹਿ ਨਹੀਂ ਉਲਟੋ ਦੁੱਖ ਹੋਈ। ਜੇ ਈਰਖਾ ਕਰਾਂਗੇ ਤੇ ਬਣਨਾ ਕੁਝ ਨਹੀਂ, ਉਲਟਾ ਦੁੱਖ ਹੋਵੇਗਾ। ਦੁੱਖਾਂ ਦੇ ਭਾਗੀਦਾਰ ਬਣਾਂਗੇ, ਨਰਕਾਂ ਨੂੰ ਜਾਵਾਂਗੇ ਜੇ ਮਹਾਰਾਜ ਦੇ ਦਰੋਂ ਘਰੋਂ ਵਰੋਸਾਏ ਹੋਏ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਈਰਖਾ ਕਰਾਂਗੇ। ਜਾਂ ਤੇ ਸ਼੍ਰੀ ਪਿਤ ਕੇ ਅਨੁਸਾਰੀ। ਇਸ ਕਰਕੇ ਬਾਬਾ ਮੋਹਰੀ ਜੀ ਵਿਚਾਰਦੇ ਆ ਵੀ ਚੰਗਾ ਇਹੀ ਹੈ ਵੀ ਗੁਰੂ ਅਮਰਦਾਸ ਮਹਾਰਾਜ ਜੀ ਜਿਵੇਂ ਕਹਿੰਦੇ ਆ ਵੀ ਸ਼੍ਰੀ ਰਾਮਦਾਸ ਜੀ ਦੇ ਪੈਰੀ ਪੈ ਜਾਓ, ਪੈ ਜਾਣਾ ਚਾਹੀਦਾ ਹੈ। ਇਸ ਮਹਿ ਸੋਭਾ ਹੋਏ ਹਮਾਰੀ। ਤੇ ਸਿਆਣੇ ਆ ਬਾਬਾ ਮੋਹਰੀ ਜੀ, ਕਹਿੰਦੇ ਸਾਡੀ ਸੋਭਾ ਇਹਦੇ 'ਚ ਹੀ ਹੈ, ਜਿਵੇਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਕਹਿੰਦੇ ਆ ਉਵੇਂ ਹੀ ਕਰ ਲਈਏ। ਇਮ ਵਿਚਾਰ ਕਰ ਠਾਡੋ ਹੋਵਾ। ਇਹ ਮਨ ਵਿੱਚ ਵਿਚਾਰ ਕੀਤੀ। ਬਾਬਾ ਮੋਹਰੀ ਜੀ ਸੰਗਤ ਵਿੱਚੋਂ ਹੱਥ ਜੋੜ ਕੇ ਖੜੇ ਹੋ ਗਏ ਆ। ਸਗਰੀ ਸੰਗਤ ਨੇ ਤਬ ਜੋਵਾ। ਤੇ ਸਾਰੀ ਸੰਗਤ ਨੇ ਵੇਖਿਆ ਵੀ ਬਾਬਾ ਮੋਹਨ ਜੀ ਵੱਡੇ, ਉਹ ਤਾਂ ਨਹੀਂ ਸ਼੍ਰੀ ਰਾਮਦਾਸ ਜੀ ਦੇ ਪੈਰੀਂ ਪਏ, ਪਰ ਛੋਟੇ ਸਾਹਿਬਜ਼ਾਦੇ ਸ਼੍ਰੀ ਬਾਬਾ ਮੋਹਰੀ ਜੀ ਉਹ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਮੰਨ ਕੇ ਸੰਗਤ ਵਿੱਚ ਖੜੇ ਹੋ ਗਏ ਹੱਥ ਜੋੜ। ਬੁੱਢੇ ਆਦ ਜੇ ਸੇਵਕ ਸਾਰੇ। ਜਿਹੜੇ ਫਿਰ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿਆਣੇ ਸੇਵਕ ਸੀਗੇ, ਭਾਈ ਬੱਲੂ ਜੀ ਵਰਗੇ, ਖਰੇ ਭਏ ਗੁਰ ਸਤ ਪਿਛਵਾਰੇ। ਇਹ ਵੀ ਜਾ ਕੇ ਫਿਰ ਬਾਬਾ ਮੋਹਰੀ ਜੀਆਂ ਦੇ ਖੜੇ ਹੋਣ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ, ਇਸ ਤੋਂ ਇਲਾਵਾ ਭਾਈ ਬੱਲੂ ਜੀ ਵਰਗੇ ਹੋਰ ਜਿਹੜੇ ਬੜੇ ਸ਼੍ਰੇਸ਼ਟ ਸਿਆਣੇ ਸਿੱਖ ਵੈ,
ਉਹ ਸਾਰੀ ਵਾਰੀ ਖੜੇ ਹੋ ਗਏ ਐ। ਮਾਨ ਮੋਹਰੀ ਪਿਤ ਕੇ ਬੈਨ, ਤੇ ਬਾਬਾ ਮੋਹਰੀ ਜੀਆਂ ਗੁਰੂ ਅਮਰਦਾਸ ਪਿਤਾ ਜੀ ਦੇ ਬਚਨ ਮੰਨੇ ਐ। ਕਰ ਆਨੰਦ ਜੁਤ ਫੁੱਲਿਅਤ ਨੈਣ। ਤੇ ਜਿਹੜਾ ਵਾ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਦੇ ਜਿਹੜੇ ਘਰ ਹਨ, ਉਹ ਆਨੰਦ ਦੇ ਘਰ ਸਤਿਗੁਰੂ ਜੀ ਵੇਖ ਕੇ ਵੀ ਬੜੇ ਖੁਸ਼ ਹੋਏ ਐ। ਰਾਮਦਾਸ ਕੇ ਚਰਨੀ ਪਰਿਓ, ਤੇ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਦੋਵੇਂ ਹੱਥ ਜੋੜ ਕੇ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਚਰਨੀ ਇਹਨਾਂ ਮੱਥਾ ਟੇਕ ਦਿੱਤਾ ਹੈ। ਧੰਨ ਧੰਨ ਸਭਿਨ ਤਬ ਰਰਿਓ। ਤੇ ਸਾਰੀ ਸੰਗਤ ਧੰਨ ਧੰਨ ਕਰ ਉਠੀ ਕਿ ਬਾਬਾ ਮੋਹਰੀ ਜੀਆਂ ਨੇ ਇਹ ਬਹੁਤ ਜਿਹੜਾ ਵਾ ਸ਼੍ਰੇਸ਼ਟ ਕਾਰਜ ਕੀਤਾ। ਬਾਬਾ ਦਾਸੂ ਜੀ ਵਾਂਗੂ ਚਰਨੀ ਲੱਗ ਕੇ ਬੜੀ ਵਡਿਆਈ ਕਮਾਈ। ਸਭ ਸੰਗਤਾਂ ਕਹਿੰਦੀਆਂ ਬਾਬਾ ਮੋਹਰੀ ਜੀ ਆਪ ਧੰਨ ਹੋ, ਆਪ ਧੰਨ ਹੋ। ਬਹੁ ਸਗਰੀ ਸੰਗਤ ਹੇਰ। ਇਸ ਤੋਂ ਬਾਅਦ ਜਿਵੇਂ ਜਿਵੇਂ ਸੰਗਤਾਂ ਵੇਖਦੀਆਂ ਬਾਬਾ ਮੋਹਰੀ ਜੀਆਂ ਨੂੰ ਚਰਨੀ ਪੈਂਦਿਆਂ ਹੋਇਆਂ, ਪਰੇ ਚਰਨ ਪਰ ਤਿਸਹੀ ਬੇਰ। ਤੇ ਉਸੇ ਵੇਲੇ ਹੀ ਸਾਰੀਆਂ ਸੰਗਤਾਂ ਫਿਰ ਵਾਰੋ ਵਾਰੀ ਸ੍ਰੀ ਰਾਮਦਾਸ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨੀ ਪੈ ਰਹੀਆਂ। ਧਰ ਧਰ ਸਰਬ ਉਪਾਇ ਨ ਆਗੇ। ਸਭ ਸੰਗਤਾਂ ਮਾਇਆ ਬਸਤਰ ਹੀਰੇ ਗਹਿਣੇ ਸਭ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਅਰਪ ਰਹੀਆਂ, ਮੱਥੇ ਟੇਕਦੇ ਆ। ਬੰਦਹਿ ਕਰ ਜੋ ਰਹਿ ਵੱਡ ਭਾਗੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੱਡੇ ਭਾਗਾਂ ਵਾਲੇ ਸਿੱਖ ਗੁਰਤਾ ਮਿਲਣ ਤੇ ਬਹੁਤ ਖੁਸ਼ੀ ਦੇ ਸਹਿਤ ਮੱਥੇ ਟੇਕ ਰਹੇ ਆ। ਸਥਿਤ ਭਏ ਸਭ ਹੀ ਤਿਸ ਕਾਲਾ। ਤੇ ਇਹ ਸਮੇਂ ਫਿਰ ਸਾਰੇ ਹੀ ਟਿਕੇ ਹੋਏ ਆ ਮਹਾਰਾਜ ਦੀ ਹਜ਼ੂਰੀ ਅੰਦਰ। ਬੋਲੇ ਸ੍ਰੀ ਗੁਰ ਅਮਰ ਕਿਰਪਾਨ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਦਾਤਾ ਜੀਓ ਬੋਲੇ ਆ। ਪੁੱਤਰ ਮੋਹਰੀ ਕਰਹਾ ਬਖਾਨਾ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕੇ ਪੁੱਤਰ ਮੋਹਰੀ ਹੁਣ ਤੁਸੀਂ ਉਹ ਬੋਲਣਾ ਕਰੋ, ਦੱਸਣਾ ਕਰੋ। ਰਾਮਦਾਸ ਕੋ ਕਿਆ ਕਰ ਜਾਨਾ। ਵੀ ਸਾਡੇ ਚੜ੍ਹਾਈ ਕਰ ਜਾਣ ਤੋਂ ਬਾਅਦ, ਸੱਚਖੰਡ ਜਾਣ ਤੋਂ ਬਾਅਦ ਤੁਸੀਂ ਸ਼੍ਰੀ ਰਾਮਦਾਸ ਜੀ ਨੂੰ ਕਿਵੇਂ ਜਾਣੋਗੇ, ਕੀ ਕਰਕੇ ਮੰਨੋਗੇ? ਕਿਉਂਕਿ ਰਿਸ਼ਤੇ ਵਿੱਚ ਤਾਂ ਫਿਰ ਸ਼੍ਰੀ ਰਾਮਦਾਸ ਜੀ ਬਾਬਾ ਮੋਹਰੀ ਜੀਆਂ ਦੇ ਭੈਣ ਦੇ ਪਤੀ ਬਣੇ ਨਾ। ਬੀਬੀ ਭਾਨੀ ਜੀ ਭੈਣ ਹੈ ਸ਼੍ਰੀ ਬਾਬਾ ਮੋਹਰੀ ਜੀਆਂ ਦੇ, ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰੀ ਜੀ। ਤੇ ਇਹ ਗੁਰੂ ਅਮਰਦਾਸ ਮਹਾਰਾਜ ਦੇ ਜਮਾਤਾ ਲੱਗਦੇ ਆ ਸ਼੍ਰੀ ਰਾਮਦਾਸ ਜੀ। ਤੇ ਬਾਬਾ ਮੋਹਰੀ ਜੀ ਨੂੰ ਪੁੱਛਦੇ ਆ ਸ਼੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਪੁੱਤਰ ਮੋਹਰੀ ਜੀ ਸਾਥੋਂ ਬਾਅਦ ਇਹਨਾਂ ਨੂੰ ਕਿਵੇਂ ਜਾਣੋਗੇ ਤੁਸੀਂ? ਕਿਮ ਜਾਣਹਿ ਹਮ ਤੇ ਪਿਛਚਾਤੀ। ਸਾਡੇ ਤੋਂ ਬਾਅਦ ਕਿਵੇਂ ਜਾਣਨਾ ਕਰੋਗੇ, ਕੀ ਕਰਕੇ ਮੰਨੋਗੇ? ਚਿਤ ਕੀ ਬ੍ਰਿਤੀ ਕਹੋ ਜਿਸ ਭਾਂਤੀ। ਜਿਵੇਂ ਤੁਹਾਡੇ ਚਿੱਤ ਦੀ ਬਿਰਤੀ ਉਸੇ ਤਰ੍ਹਾਂ ਹੀ ਦੱਸ ਦੇਵੋ। ਹਾਥ ਜੋੜ ਤਬ ਸਭ ਮਹਿ ਕਹਿਓ। ਸਾਰਿਆਂ ਦੇ ਵਿੱਚ ਬਾਬਾ ਮੋਹਰੀ ਜੀ ਬੋਲੇ ਹੱਥ ਜੋੜ ਕੇ, ਸੁਨਹ ਪਿਤਾ ਜੀ ਮੈਂ ਜਿਮ ਲਹਿਓ। ਇਹ ਪਿਤਾ ਜੀ ਸੁਣੋ, ਜਿਵੇਂ ਅਸੀਂ ਇਹਨਾਂ ਨੂੰ ਜਾਣਿਆ ਸ਼੍ਰੀ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਸ਼੍ਰੀ ਨਾਨਕ ਸ਼੍ਰੀ ਅੰਗਦ ਸੁਆਮੀ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹਨ, ਜਿਵੇਂ ਸੁਆਮੀ ਪਰਮੇਸ਼ਰ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੈ। ਤ੍ਰਿਤੀਏ ਤੁਮ ਹੋ ਅੰਤਰਜਾਮੀ। ਇਹ ਅੰਤਰਜਾਮੀ ਗੁਰਪਿਤਾ ਜੀ ਤੀਜੇ ਥਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਤੀਜਾ ਸਰੂਪ ਜਿਵੇਂ ਤੁਸੀਂ ਹੋ, ਸੋ ਸਰੂਪ ਇਹ ਚੌਥੋ ਹੋਵਾ। ਤੇ ਅਸੀਂ ਜਾਣਿਆ ਵੀ ਹੁਣੇ ਗੁਰੂ ਨਾਨਕ ਪਾਤਸ਼ਾਹ ਜੀ ਚੌਥੇ ਸਰੂਪ ਵਿੱਚ ਹੋ ਬੈਠੇ ਆ। ਪਹਿਲਾਂ ਮਹਾਰਾਜ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ, ਫਿਰ ਤੁਸਾਂ, ਫਿਰ ਹੁਣ ਮਹਾਰਾਜ ਤੁਸੀਂ ਗੁਰੂ ਨਾਨਕ ਸਰੂਪ ਹੋ ਤੇ ਚੌਥਾ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਦਾ ਧਾਰ ਰਹੇ ਹੋ। ਇਸ ਕਰਕੇ ਅਸੀਂ ਇਹਨਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਂਗ ਹੀ ਜਾਣਾਂਗੇ। ਸ਼੍ਰੀ ਗੁਰੂ ਰਾਮਦਾਸ ਇਮ ਜੋਬਾ। ਤੇ ਇਸ ਤਰ੍ਹਾਂ ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਨੂੰ ਵੇਖਦੇ ਹਾਂ। ਸੁਨ ਗੁਰ ਜੋਤ ਸਭ ਭਏ ਪ੍ਰਸੰਨ। ਸੁਣ ਕੇ ਸਾਰੀ ਸੰਗਤ ਵੀ ਖੁਸ਼ ਹੋਈ ਹੈ। ਗੁਰੂ ਅਮਰਦਾਸ ਜੀ ਵੀ ਪੁੱਤਰ ਦੇ ਬਚਨ ਸੁਣ ਕੇ ਨਿਮਰਤਾ ਸਹਿਤ ਖੁਸ਼ ਹੋਏ ਹੈ। ਪੁੱਤਰ ਮੋਹਰੀ ਤੂੰ ਵੱਡ ਧੰਨ। ਤੇ ਮਹਾਰਾਜ ਕਹਿੰਦੇ ਪੁੱਤਰ ਮੋਹਰੀ ਤੂੰ ਬਹੁਤ ਵੱਡਾ ਧਨਤਾ ਯੋਗ ਹੈ, ਤੂੰ ਧਨ ਹੈ। ਸਭ ਤੇ ਸ੍ਰੇਸ਼ਟ ਬੁੱਧ ਉਦਾਰੇ। ਤੇ ਸਾਰਿਆਂ ਤੋਂ ਸ੍ਰੇਸ਼ਟ ਉੱਚੀ ਬੁੱਧੀ ਵਾਲਾ ਹੈ ਤੂੰ, ਬੜੀ ਖੁੱਲੇ ਜਿਹੜੇ ਹਿਰਦੇ ਵਾਲਾ, ਬੜਾ ਨਿਰਮਲ ਸੁਭਾਅ ਦਾ ਉਦਾਰ ਚਿੱਤ ਹੈ। ਮਿਲਿਓ ਸਦਾ ਤੂੰ ਸੰਗ ਹਮਾਰੇ। ਇਸ ਕਰਕੇ ਅਸੀਂ ਵਰ ਦਿੰਨੇ ਆ ਵੀ ਤੂੰ ਸਦਾ ਹੀ ਸਾਡੇ ਵਿੱਚ ਹੀ ਮਿਲਿਆ ਰਹੇਗਾ, ਸਾਡਾ ਹੀ ਸਰੂਪ ਬਣਿਆ ਰਹੇਗਾ। ਦੋਹਰਾ
ਭਇਓ ਸਭਿਨ ਕੋ ਮੋਹਿਰੀ। ਤੇ ਮਹਾਰਾਜ ਕਹਿੰਦੇ ਤੂੰ ਪੁੱਤਰ ਮੋਰੀ ਤੁਸੀਂ ਸਾਰਿਆਂ ਸਿੱਖਾਂ ਤੋਂ ਮੋਹਰੀ ਸਿੱਖ ਹੋ ਚੁੱਕੇ ਹੋ ਬਣੇ ਹੋ। ਨਾਮ ਮੋਹਰੀ ਤੋਹੇ। ਤੇ ਤੁਹਾਡਾ ਜਿਵੇਂ ਨਾਮ ਵੀ ਮੋਹਰੀ ਆ ਤੇ ਸਿੱਖਾਂ ਚੋਂ ਵੀ ਤੁਸੀਂ ਮੋਹਰੀ ਅੱਗੇ ਸ਼੍ਰੋਮਣੀ ਹੋ। ਕੀਨ ਸਾਰਥ ਸੋ ਅਬ ਹੈ ਮਮ। ਤੇ ਅਬ ਹੈ ਮਾਮ ਭਾਵ ਕਿ ਕੀਨੋ ਸਾਰਥ ਸੋ ਅਬ ਹੈ, ਇੱਥੇ ਵਿਸ਼ਰਾਮ ਹੈ। ਤੋ ਮਹਾਰਾਜ ਕਹਿੰਦੇ ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰਾ ਨਾਮ ਹੈ ਪੁੱਤਰ ਮੋਹਰੀ, ਉਹ ਤੂੰ ਅਰਥਾਂ ਸਹਿਤ ਅੱਜ ਸਾਬਤ ਕਰਤਾ ਵੀ ਵਾਕਈ ਤੂੰ ਮੋਹਰੀ ਹੈ, ਸ਼੍ਰੋਮਣੀ ਹੈ। ਮਮ ਅਭੇਦਤਾ ਹੋਏ। ਤੇ ਤੁਹਾਡੀ ਭੇਦਤਾ ਅਭੇਦਤਾ ਸਾਡੇ ਵਿੱਚ ਹੋ ਚੁੱਕੀ ਹੈ, ਸਾਡਾ ਹੀ ਸਰੂਪ ਤੁਸੀਂ ਹੋ। ਚਾਪਈ ਇੱਕੀ ਕੁਲ ਹੋਏ ਸੰਤ ਉਧਾਰੇ। ਜਿਹੜੇ ਘਰ ਵਿੱਚ ਸੰਤ ਪੈਦਾ ਹੁੰਦਾ, ਭਗਤ ਪੈਦਾ ਹੁੰਦਾ ਹੈ, ਹਜੂਰ ਕਹਿੰਦੇ ਪੁੱਤਰ ਮੋਹਰੀ ਉਹਦੀਆਂ 21 ਕੁਲਾਂ ਪਿੱਛੇ ਅੱਗੇ ਤਰ ਜਾਂਦੀਆਂ ਹਨ। ਤੁਮਨੇ 42 ਜਗ ਜਗ ਨਿਸਤਾਰੇ। ਤੇ ਤੁਸੀਂ ਆਪਦੇ ਸੰਸਾਰ ਵਿੱਚ 42 ਕੁਲਾਂ ਉਧਾਰ ਲੀਆਂ, ਦੂਣੇ ਤੁਸੀਂ ਭਾਵ ਸਿੱਖੀ ਚੋਂ ਦੁੱਗਣੀ ਪਦਵੀ, ਭਗਤਾਂ ਤੋਂ ਵੀ ਦੂਣੀ ਪਦਵੀ ਹੈ। ਭਗਤਾਂ ਨੇ 21 ਕੁਲਾਂ ਉਧਾਰੀਆਂ ਆਪਣੀਆਂ, ਤੁਸੀਂ 42 ਕੁਲਾਂ ਉਧਾਰ ਦਿੱਤੀਆਂ ਹਨ। ਮਹਾਰਾਜ ਸ੍ਰੀ ਗੁਰੂ ਰਾਮਦਾਸ ਦੇ ਚਰਨੀ ਪੈ ਕੇ ਸੁਨਤ ਮੋਹਰੀ ਕਹਿ ਬੜ ਭਾਗੇ। ਤੇ ਇਉਂ ਸੁਣ ਰਹੇ ਐ, ਸੁਣ ਕੇ ਬਾਬਾ ਮੋਹਰੀ ਜੀ ਵੱਡੇ ਭਾਗਾਂ ਵਾਲੇ ਮਹਾਰਾਜ ਦੇ ਬਚਨ ਸੁਣ ਕੇ ਬੋਲੇ ਐ। ਧਰਮ ਰਾਏ ਲੇਖਾ ਲੈ ਆਗੇ। ਤੇ ਸੱਚੇ ਪਾਤਸ਼ਾਹ ਜੀ ਜਿਹੜਾ ਧਰਮ ਰਾਏ ਅੱਗੇ ਲੇਖਾ ਲਵੇਗਾ, ਤਿਹ ਲੇਖੇ ਤੇ ਜਬ ਛੁੱਟ ਜਈਐ। ਜਦੋਂ ਅਸੀਂ ਉਸ ਲੇਖੇ ਤੋਂ ਆਪ ਛੁੱਟ ਜਾਵਾਂਗੇ, ਤਬ ਉਧਾਰ ਨੇ ਜੇ ਕੁਲ ਕੋ ਪਈਐ। ਤੇ ਫਿਰ ਮਹਾਰਾਜ ਅਸੀਂ ਔਗਣੇ ਆ ਰਹੇ ਹਾਂ, ਜੇ ਆਪ ਛੁੱਟ ਗਏ ਤੇ ਫਿਰ ਸਾਡੀ ਕੁਲ ਨੂੰ ਵੀ ਛਡਾ ਲਵਾਂਗੇ। ਭਾਵ ਬਾਬਾ ਮੋਹਰੀ ਜੀ ਕਹਿੰਦੇ ਮਹਾਰਾਜ ਔਗਣ ਹੀ ਬੜੇ ਆ, ਤੁਸੀਂ ਕਹਿੰਦੇ ਹੋ 42 ਕੁਲਾਂ ਉਧਾਰ ਲਈਆਂ, ਤੇ ਪਰ ਮਹਾਰਾਜ ਅਸੀਂ ਸੋਚਦੇ ਸਾਡੇ ਔਗਣ ਇੰਨੇ ਆ ਵੀ ਆਪ ਛੁੱਟ ਜਾਈਏ ਬੜੇ ਆ। ਸੁਨ ਗੁਰ ਕਹਿਓ ਅਛਤ ਤਨ ਮੋਹੀ। ਤੋ ਸੁਣ ਕੇ ਜਿਹੜੇ ਨਾ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਕਿ ਹੇ ਮੋਹਰੀ ਪੁੱਤਰ, ਸਾਡੇ ਸਰੀਰ ਕਰਕੇ ਹੁੰਦਿਆਂ ਹੋਇਆਂ ਲੇਖਾ ਦਿਓ ਚੁਕਾਏ ਜੇ ਹੋਹੀ। ਤੇ ਤੇਰਾ ਲੇਖਾ ਸੀ ਜਿੰਨਾ ਸੀ ਹੁਣੇ ਹੀ ਸਾਰਾ ਉਹ ਮੁਕਾ ਦਿੱਤਾ ਹੈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਅਸੀਂ ਤੇਰਾ ਲੇਖਾ ਆਪਦੇ ਹੁੰਦਿਆਂ ਹੀ ਸਾਰਾ ਚੁਕਾ ਦਿੱਤਾ ਹੈ। ਧਰਮ ਰਾਏ ਕੇ ਨਿਕਟ ਨਾ ਜਾਹੋ। ਤੇ ਤੈਨੂੰ ਹੁਣ ਧਰਮ ਰਾਏ ਦੇ ਪਾਸ ਨਹੀਂ ਜਾਣਾ ਪਵੇਗਾ। ਪੰਥ ਅਪਰਹੀ ਹਮ ਟਿਗ ਹੈ ਹੋ। ਤੇ ਹੋਰ ਹੀ ਪੰਥ ਭਾਵ ਮੁਕਤੀ ਪੰਥ ਤੇ ਸਾਡੇ ਵਿੱਚ ਹੀ ਆ ਕਰਕੇ ਤੁਸੀਂ ਲੀਨ ਹੋਰ ਰਸਤੇ ਤੁਸੀਂ ਸਾਡੇ ਪਾਸ ਆਓਗੇ, ਭਾਵ ਜੰਮਦੇ ਰਸਤੇ ਨਹੀਂ ਜਾਓਗੇ, ਸਿੱਧਾ ਹੀ ਸਾਡੇ ਵਿੱਚ ਅਭੇਦ ਹੋ ਜਾਓਗੇ। ਤੂੰ ਮਮ ਸਿੱਖ ਪੁਨੀਤ ਸੋ ਭਇਓ। ਕਿਉਂਕਿ ਇਹ ਪੁੱਤਰ ਮੋਹਰੀ ਤੁਸੀਂ ਸਾਡੇ ਪਵਿੱਤਰ ਸਿੱਖ ਹੋਏ ਹੋ। ਸਿੱਖੀ ਪਦ ਮੈਂ ਤੋ ਕਹ ਦਿਓ। ਤੇ ਸਾਡੇ ਬਚਨ ਮੰਨ ਕੇ ਸ਼੍ਰੀ ਰਾਮਦਾਸ ਜੀ ਮਹਾਰਾਜ ਦੇ ਚਰਨੀ ਪਏ ਹੋ। ਸਾਰੇ ਸਿੱਖਾਂ ਚੋਂ ਮੋਹਰੀ ਸਿੱਖ ਦਾ ਪਦਵਾ ਜਿਹੜੀ ਪਦਵੀ ਹੈ, ਉੱਚ ਪਦਵੀ ਤੁਹਾਨੂੰ ਦਿੱਤੀ ਹੈ। ਸੰਤਤ ਬ੍ਰਦ ਹੈ ਸਮੂਹ ਤੁਮਾਰੀ। ਇਸ ਕਰਕੇ ਅਸੀਂ ਤੁਹਾਨੂੰ ਬਚਨ ਕਰਦੇ ਹਾਂ, ਤੁਹਾਡੀ ਜਿਹੜੀ ਸੰਤਾਨ ਹੈ ਨਾ ਓੜਮਾ ਕੋੜਮਾ ਅੱਗੇ ਜਿਹੜੀ ਕੁੱਲ ਤੁਹਾਡੀ ਬੜੀ ਵਧੇਗੀ। ਤਿੰਨ ਕੋ ਸਿੱਖੀ ਦੀਨ ਅਗਾਰੀ। ਤੇ ਅਸੀਂ ਉਹਨਾਂ ਨੂੰ ਅਜੇ ਚਾਹੇ ਨਹੀਂ ਪੈਦਾ ਹੋਈ, ਆਉਣ ਵਾਲੀ ਤੁਹਾਡੀਆਂ ਪੁਸ਼ਤਾਂ ਨੂੰ ਅਸੀਂ ਸਿੱਖੀ ਦੇ ਰਹੇ ਹਾਂ। ਹੁਣ ਵੀ ਬਾਬਾ ਮੋਹਰੀ ਜੀ ਦੇ ਜਿਹੜੇ ਅੱਗੇ ਵੰਸ਼ਜ ਆ ਨਾ ਗੋਇੰਦਵਾਲ ਸਾਹਿਬ, ਉਹ ਰਹਿੰਦੇ ਆ ਕੁਝ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰਹਿੰਦੇ ਆ। ਬਹੁਤ ਵੱਡੇ ਵੱਡੇ ਅਹੁਦਿਆਂ ਤੇ ਖਾਲਸਾ ਜੀ ਆਫਿਸਰ ਲੱਗੇ ਹੋਏ ਆ ਬਾਬਾ ਮੋਹਰੀ ਜੀ ਦੇ ਹੁਣ ਜਿਹੜੇ ਵੰਸ਼ਜ ਆ। ਤੋ ਗੁਰੂ ਪੂਰਨ ਗੁਰਸਿੱਖ ਆ ਫਿਰ ਸਾਰੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ ਸੀ ਪੁੱਤਰ ਮੋਹਰੀ ਤੁਹਾਨੂੰ ਤੁਹਾਡੀ ਕੁਲਾਂ ਨੂੰ ਆਉਣ ਵਾਲੀਆਂ ਪੁਸ਼ਤਾਂ ਨੂੰ ਅਸੀਂ ਅੱਗੇ ਹੀ ਸਿੱਖੀ ਪਹਿਲਾਂ ਹੀ ਬਖਸ਼ ਰਹੇ ਹਾਂ। ਤੋਬ ਕੁਲ ਪੂਜਹਿ ਮੋ ਕਹਨੀਤ। ਤੇ ਤੁਹਾਡੀ ਜਿਹੜੀ ਕੁਲ ਹੈ ਉਹ ਆਉਣ ਵਾਲੀਆਂ ਪੁਸ਼ਤਾਂ ਸਾਡੀ ਬਹੁਤ ਪੂਜਾ ਕਰਿਆ ਕਰਨਗੀਆਂ, ਪੂਜਣਗੀਆਂ। ਅਪਰ ਨਚੀਤ ਤਰਹਿ ਕਬ ਪ੍ਰੀਤ। ਤੇ ਹੋਰ ਕਿਤੇ ਮੜੀ ਮਸਾਣੀ ਦੂਜੇ ਤੀਜੇ ਤੇ ਕਦੇ ਕਿਸੇ ਤੇ ਉਹ ਭਰੋਸਾ ਨਹੀਂ ਰੱਖਣਗੇ, ਸਾਨੂੰ ਹੀ ਪੂਜਿਆ ਕਰਨਗੇ, ਸਾਡੇ ਤੇ ਭਰੋਸਾ ਰੱਖਣ ਵਾਲੇ ਹੋਣਗੇ। ਮੈਂ ਹੀ ਦੇਵ ਸੋ ਪਿੱਤਰ ਜਠੇਰੇ। ਤੁਹਾਡੇ ਕੁਲ ਦਾ ਅਸੀਂ ਤੁਹਾਡੇ ਕੁਲ ਦੇ ਦੇਵ ਪੂਜਣ ਯੋਗ ਆ, ਪ੍ਰਕਾਸ਼ ਸਰੂਪ ਆ। ਪਿੱਤਰ ਜਿਹੜੇ ਜਠੇਰੇ ਪੂਜਣੇ ਆ ਕੋਈ ਨਹੀਂ ਪੂਜੇਗਾ, ਸਭ ਕੁਝ ਤੁਹਾਡੀ ਕੁਲ ਦਾ ਅਸੀਂ ਹੀ ਹੋਵਾਂਗੇ। ਭਾਵ ਸਭ ਨੂੰ ਛੱਡ ਕੇ ਜਠੇਰਿਆਂ ਨੂੰ ਮੜੀਆਂ ਆਦਿਕ ਨੂੰ ਤੁਹਾਡੀ ਕੁਲ ਇਹ ਪੁੱਤਰ ਮੋਹਰੀ ਜੀ ਕੇਵਲ ਤੇ ਕੇਵਲ ਸਾਡੀ ਪੂਜਾ ਕਰਿਆ ਕਰੇਗੀ। ਮੈਂ ਹੀ ਇਸ਼ਟ ਦੇਵ ਕੁਲ ਤੇਰੇ। ਤੁਹਾਡੀ ਕੁਲ ਦਾ ਇਸ਼ਟ ਦੇਵ ਜਿਹੜੇ ਉਹ ਅਸੀਂ ਹੀ ਹਾਂ। ਸਭ ਕੁਝ ਤੁਹਾਡੀ ਕੁਲ ਵਾਸਤੇ ਦੇਵੀ ਦੇਵਤੇ ਮੜੀ ਮਸਾਣੀ ਸਭ ਕੁਝ ਅਸੀਂ ਹਾਂ।
ਕੇਵਲ ਤੇ ਕੇਵਲ ਇੱਕ ਸਾਨੂੰ ਪੂਜਿਆ ਕਰਨਗੇ। ਏਮ ਸੰਵਾਦ ਸੁਨਿਓ ਜਬ ਕਾਨ। ਇਹੋ ਜੀ ਜਿਹੜੀ ਪਿਤਾ ਪੁੱਤਰਾਂ ਦੀ ਜਦੋਂ ਆਪਸ ਵਿੱਚ ਗੱਲਬਾਤ ਹੁੰਦੀ ਸ਼੍ਰੀ ਰਾਮਦਾਸ ਜੀ ਸਤਿਗੁਰਾਂ ਨੇ ਸੁਣੀ ਹੈ। ਰਾਮਦਾਸ ਜੀ ਕੀਨ ਬਖਾਨ। ਤੇ ਨਿਮਰਤਾ ਦੇ ਪੁੰਜ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੋਲੇ ਹੈ। ਅਧਿਕ ਪ੍ਰੇਮ ਲੋਚਨ ਜਲ ਛਾਵਾ। ਜੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ ਵੀ ਕਦੇ ਮਾਤਾ ਪਿਤਾ ਦੇ ਚੜ੍ਹਾਈ ਕਰ ਜਾਣ ਤੇ ਜਿੱਥੇ ਸਾਨੂੰ ਅਨਾਥਾਂ ਨੂੰ ਕਿਸੇ ਬਾਂਹ ਨਾਲ ਸਾਡੀ ਪਕੜੀ ਸੀ, ਗਲੀਆਂ 'ਚ ਰੁਲਦੇ ਫਿਰਦੇ ਸਾਂ, ਸਾਨੂੰ ਰੁਲਦਿਆਂ ਫਿਰਦਿਆਂ ਨੂੰ ਨਾਨੀ ਨੇ ਪਾਲਿਆ, ਦਰ ਦਰ ਦੇ ਧੱਕੇ ਠੇਡੇ ਖਾਧੇ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਐਡੀ ਵੱਡੀ ਵਡਿਆਈ ਤੁਸੀਂ ਬਖਸ਼ ਰਹੇ ਹੋ। ਇਹ ਸਭ ਕੁਝ ਬਿਰਤਾਂਤ ਸੋਚ ਕੇ ਹਿਰਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇਤਰਾਂ ਵਿੱਚ ਜਲ ਉਤਰ ਆਇਆ ਹੈ। ਗੁਰ ਚਰਿਤ੍ਰ ਹੇਰਤ ਬਿਸਮਾਵਾ। ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਐਡੀ ਵੱਡੀ ਵਡਿਆਈ ਸਤਿਗੁਰਾਂ ਤੋਂ ਮਿਲਣ ਕਰਕੇ ਸਤਿਗੁਰਾਂ ਨੇ ਪੁੱਤਰਾਂ ਨੂੰ ਛੱਡ ਸਾਨੂੰ ਵਡਿਆਈ ਦਿੱਤੀ ਹੈ। ਇਹ ਜਾਣ ਕੇ ਬੜੇ ਹੈਰਾਨ ਹੋ ਰਹੇ ਆ, ਚਿੱਤ ਬਿਸਮਾ ਰਿਹਾ ਹੈ। ਸ਼੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ। ਤੇ ਹੱਥ ਜੋੜ ਕੇ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ, ਹੇ ਪ੍ਰਭੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਿੱਖੀ ਰਹਿਣ ਦਿਓ। ਮਹਾਰਾਜ ਏਡੀ ਪਦਵੀ ਸਾਥੋਂ ਅਸਾਂ ਕੀ ਕਰਨੀ ਹੈ। ਮਹਾਰਾਜ ਸਾਨੂੰ ਆਪਦੇ ਦਰ ਘਰ ਦੇ ਸਿੱਖ ਹੀ ਰਹਿਣ ਦੇਵੋ। ਆਪ ਮੋਹਰੀ ਕਹ ਗੁਰ ਕੀਜੈ। ਤੇ ਮਹਾਰਾਜ ਸਾਨੂੰ ਛੱਡੋ, ਤੁਸੀਂ ਬਾਬਾ ਮੋਹਰੀ ਜੀਆਂ ਨੂੰ ਤੁਸੀਂ ਸਤਿਗੁਰੂ ਜੀ ਗੁਰੂ ਬਣਾ ਦਿਓ, ਗੁਰੂ ਪਦਵੀ ਤਖਤ ਦੇ ਦਿਓ। ਮੈਂ ਹੋਂ ਦਾਸ ਆਪ ਕੋ ਜੈਸੇ। ਤੇ ਜਿਵੇਂ ਮਹਾਰਾਜ ਮੈਂ ਤੁਹਾਡਾ ਦਾਸ ਬਣ ਕੇ ਇੱਥੇ ਟੋਕਰੀ ਢੋਈ ਹੈ, ਅਸਾਂ ਨੇ ਇੱਥੇ ਸੇਵਾ ਕੀਤੀ, ਭਾਂਡੇ ਮਾਂਜੇ, ਜੋੜੇ ਝਾੜੇ ਹੈ। ਨਿਜ ਮਨ ਤੇ ਜਾਣਤ ਇਨ ਤੈਸੇ। ਤੇ ਹੇ ਗੁਰੂ ਅਮਰਦਾਸ ਜੀ ਅਸੀਂ ਕਦੇ ਵਿਤਕਰਾ ਨਹੀਂ ਕਰਾਂਗੇ। ਜਿਵੇਂ ਤੁਹਾਡੇ ਜੋੜਿਆਂ 'ਚ ਬਹਿ ਕੇ ਅਸੀਂ ਸੇਵਾ ਕੀਤੀ ਹੈ, ਜੇ ਤੁਸੀਂ ਗੁਰਤਾ ਤਿਲਕ ਬਾਬਾ ਮੋਹਰੀ ਜੀ ਨੂੰ ਦੇ ਦਿਓ, ਤੁਹਾਡਾ ਸਰੂਪ ਜਾਣ ਕੇ ਅਸੀਂ ਇਹਨਾਂ ਦੇ ਦਰ ਤੇ ਵੀ ਜੂਠੇ ਭਾਂਡੇ ਮਾਂਜਣ ਨੂੰ ਤਿਆਰ ਹਾਂ। ਇਹ ਨਿਮਰਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਉਂ ਕਹਿ ਰਹੇ ਆ। ਗੁਰਤਾ ਉਚਿਤ ਜੁਗਮਤ ਮਨੰਦਨ। ਕਿਉਂਕਿ ਤੁਹਾਡੇ ਦੋਵੇਂ ਪੁੱਤਰ ਹੀ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹ ਯੋਗ ਆ ਗੁਰਤਾ ਦੇ, ਸਾਡੇ ਵਿੱਚ ਕੋਈ ਗੁਣ ਨਹੀਂ। ਮਾਰੇ ਸਾਰੇ ਗੁਣ ਜਿਹੜੇ ਤੁਹਾਡੇ ਪੁੱਤਰਾਂ ਦੇ ਵਿੱਚ ਆ। ਮੋਹ ਕਾ ਉਚਿਤ ਇਨਹਾ ਪਗ ਬੰਧਨ। ਤੇ ਮਹਾਰਾਜ ਅਸੀਂ ਤੇ ਇਹਨਾਂ ਦੇ ਚਰਨੀ ਲੱਗੇ ਸੋਹਣੇ ਲੱਗਦੇ ਆ। ਸੱਚੇ ਪਾਤਸ਼ਾਹ ਜੀ ਇਹ ਸਾਡੇ ਚਰਨੀ ਕਿਉਂ ਪੈਣ। ਸ਼੍ਰੀ ਗੁਰ ਸੁਨਤ ਪ੍ਰਸੰਗ ਚਿਤਾਰਾ। ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਸੁਣ ਕੇ ਸਾਰਾ ਹੀ ਪ੍ਰਸੰਗ ਚਿਤਾਰਦੇ ਆ। ਹਮ ਨ ਦੇਨੋ ਹੁਤੋ ਤੁਮਾਰਾ। ਮਹਾਰਾਜ ਕਹਿੰਦੇ ਆ ਕਿ ਅਸੀਂ ਤੁਹਾਡਾ ਦੇਣਾ ਸੀ ਹੈ ਰਾਮਦਾਸ ਜੀ, ਅਸੀਂ ਕਿਸੇ ਸਮੇਂ ਦਾ ਤੁਹਾਡਾ ਦੇਣਾ ਸੀ। ਭਾਵ ਜਿਹੜਾ ਸੋਢੀਆਂ ਦੀ ਤੇ ਬੇਦੀਆਂ ਦੀ ਕੁੱਲ ਦਾ ਜਿਹੜਾ ਬਰਤਾਂਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਗ੍ਰੰਥ ਅੰਦਰ ਚਰਿੱਤਰ ਵਿੱਚ ਲਿਖਿਆ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਉਹਦੇ ਵਿੱਚ ਸਾਰਾ ਪ੍ਰਸੰਗ ਥੋੜਾ ਲੰਮੇਰਾ ਵੀ ਜਿਵੇਂ ਬੇਦੀ ਤੇ ਸੋਢੀ ਪੈਦਾ ਹੋਏ ਵੈ। ਬੇਦੀਆਂ ਵਾਅਦਾ ਕੀਤਾ ਸੀ ਵੀ 3 ਸਰੂਪਾਂ ਤੋਂ ਬਾਅਦ ਕਲਯੁਗ ਵਿੱਚ ਚੌਥੇ ਥਾਵੇਂ ਤੁਹਾਡੇ ਪਾਸ ਗੁਰਿਆਈ ਆਏਗੀ। ਉਹ ਇਸ਼ਾਰੇ ਮਾਤਰ ਕਵੀ ਜੀ ਇੱਥੇ ਜਨਾ ਰਹੇ ਮਹਾਰਾਜ ਦੇ ਮੁਖ ਤੋਂ ਕਿ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਇਹ ਵਿਧੀ ਦਾ ਵਿਧਾਨ ਹੈ। ਸ਼੍ਰੀ ਰਾਮਦਾਸ ਜੀ ਅਸੀਂ ਕਿਸੇ ਸਮੇਂ ਦਾ ਵਾਅਦਾ ਅੱਜ ਪੂਰਾ ਕਰ ਰਹੇ ਹਾਂ। 3 ਤੋਂ ਬਾਅਦ ਬੇਦੀਆਂ ਤੋਂ ਹੁਣ ਸੋਢੀਆਂ ਵਿੱਚ ਗੁਰਤਾ ਜਾਵੇਗੀ। ਪੂਰਬ ਕਹਿਓ ਤੋ ਵਰਦਾਨਾ। ਜਿਹੜਾ ਅਸੀਂ ਪਹਿਲਾਂ ਵਰਦਾਨ ਕਿਤੇ ਦਿੱਤਾ ਹੋਇਆ ਉਹੀ ਅੱਜ ਪੂਰਾ ਕਰ ਰਹੇ ਹਾਂ। ਤਿਸ ਕੋ ਦੇਨ ਸਮੋ ਅਬ ਜਾਨਾ। ਕਿਉਂਕਿ ਉਹ ਵਰਦਾਨ ਜਿਹੜਾ ਤੁਹਾਡੀ ਵਸਤੂ ਤੁਹਾਨੂੰ ਦੇਣ ਦਾ ਸਮਾਂ ਆ ਗਿਆ ਹੈ। ਅਤ ਗਰੀਬ ਇਹੋ ਸੰਤਤ ਮੇਰੀ। ਤੇ ਸਾਡੇ ਜਿਹੜੇ ਪੁੱਤਰ ਆ ਨਾ ਅਤਿਸੇ ਕਰਕੇ ਗਰੀਬ ਦੀਨ ਹਨ। ਨਿਰਹੰਕਾਰ ਨਾ ਹੋਏ ਕਿਸ ਬੈਰੀ। ਤੇ ਇਸ ਪ੍ਰਕਾਰ ਜਿਹੜੇ ਆ ਨਾ ਸਾਡੇ ਪੁੱਤਰ ਐਸੇ ਵੈ ਤੇ ਨਿਰੰਕਾਰ ਹੈ। ਕਿਸੇ ਨਾਲ ਭਾਵ ਸਾਡੀ ਸੰਤਾਨ ਤੁਹਾਡੇ ਨਾਲ ਕਦੇ ਰਾਮਦਾਸ ਜੀ ਵੈਰ ਨਹੀਂ ਕਰੇਗੀ। ਕੀਜੈ ਇਨ ਕੀਨਤ ਪ੍ਰਤਪਾਲਾ। ਤੇ ਹੇ ਸ਼੍ਰੀ ਰਾਮਦਾਸ ਜੀ ਤੁਸਾਂ ਸਾਡੇ ਪੁੱਤਰਾਂ ਦੀ ਸਦਾ ਰਾਖੀ ਕਰਨੀ, ਪ੍ਰਤਪਾਲਣਾ ਕਰਨੀ ਹੈ। ਮਿਲੇ ਰਹਾ ਕਰ ਪ੍ਰੀਤ ਵਿਸਾਲਾ। ਤੇ ਬੜਾ ਪ੍ਰੇਮ ਕਰਕੇ ਆਪਸ ਵਿੱਚ ਮਿਲ ਕੇ ਰਹਿਣਾ ਹੈ। ਆਨ ਇਕੱਤਰ ਪਇਓ ਪਰਵਾਰੂ। ਇਸ ਤਰ੍ਹਾਂ ਇੰਨੇ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਹੋਰ ਵੀ ਪਰਿਵਾਰ ਜਿਹੜੇ ਮਹਾਰਾਜ ਦੇ ਰਿਸ਼ਤੇ ਵਿੱਚ ਨੋਹਾਂ ਹਨ,
ਤੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਚਾਰੇ ਪੋਤਰੇ ਵੀ ਆ ਗਏ ਐ ਫੇਰ ਹੈ ਸਤਿਗੁਰ ਕੇ ਬਿਵਹਾਰੂ। ਤੇ ਸਭ ਗੁਰੂ ਅਮਰਦਾਸ ਮਹਾਰਾਜ ਦਾ ਗੁਰਤਾ ਤਿਲਕ ਦੇਣ ਦਾ ਕੌਤਕ ਵੇਖ ਰਹੇ ਐ। ਉਠ ਕਰ ਬਡ ਭਾਗਣ ਤਬ ਭਾਨੀ। ਤੇ ਇੰਨੇ ਨੂੰ ਬੀਬੀ ਭਾਨੀ ਜੀ ਵੱਡੇ ਭਾਗਾਂ ਵਾਲੇ ਉੱਠ ਪਏ ਐ। ਪਿਤ ਆਗੇ ਕਰ ਜੋਰ ਬਖਾਨੀ। ਗੁਰੂ ਪਿਤਾ ਜੀ ਅੱਗੇ ਦੋਵੇਂ ਹੱਥ ਜੋੜ ਦਿੱਤੇ ਆ ਬੀਬੀ ਭਾਨੀ ਜੀਆਂ ਨੇ ਹੇ ਪ੍ਰਭ ਤੁਮ ਬਖਸ਼ੀ ਗੁਰਿਆਈ। ਕਿ ਹੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਤੁਸਾਂ ਸਾਡੇ ਘਰ ਵਿੱਚ ਗੁਰਿਆਈ ਬਖਸ਼ਿਸ਼ ਕੀਤੀ ਹੈ। ਰਹਿ ਹਮਾਰੇ ਬੰਸ ਸਦਾਈ। ਪਰ ਮਹਾਰਾਜ ਇਹ ਮਨ ਵਿੱਚ ਇਹ ਫੁਰਨਾ ਇੱਛਾ ਹੈ ਵੀ ਸਾਡੇ ਘਰ ਵਿੱਚ ਗੁਰਿਆਈ ਜਿਹੜੀ ਉਹ ਸਦਾ ਹੀ ਰਵੇ। ਭਾਵ ਸਦਾ ਹੀ ਗੁਰਿਆਈ ਜਿਹੜੀ ਹੁਣ ਤੁਸੀਂ ਦਿੱਤੀ ਹੈ ਸਾਡੇ ਘਰ ਵਿੱਚ ਸੋਢੀਆਂ ਵਿੱਚ ਹੀ ਅੱਗੇ ਰਹਿ ਜਾਵੇ। ਹੋਏ ਨਾ ਆਸ ਕੋ ਦਾਸ ਅਘਾਰੀ। ਤੇ ਹੰਗਾ ਕੋਈ ਇਹ ਜਿਹੜੀ ਗੁਰਿਆਈ ਹੈ ਕੋਈ ਦਾਸ ਸੇਵਕ ਨਾ ਪ੍ਰਾਪਤ ਕਰ ਸਕੇ। ਕਰ ਸੇਵਾ ਲੈ ਵਹਿ ਪਦ ਭਾਰੀ। ਤੇ ਕੋਈ ਸੇਵਕ ਸੇਵਾ ਕਰਕੇ ਵੱਡੀ ਪਦਵੀ ਨਾ ਪ੍ਰਾਪਤ ਕਰ ਸਕੇ। ਭਾਵ ਸਾਡੇ ਹੀ ਘਰ ਵਿੱਚ ਰਹੇ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਤਾ ਸਿੰਘਾਸਣ ਦੀ। ਬਾਰੋ ਨਿਜ ਦੇਹੋ ਨਾ ਜਾਵਹਿ ਆਨ। ਤੇ ਹੇ ਗੁਰੂ ਅਮਰਦਾਸ ਜੀ ਹੁਣ ਤੁਰਠਿਓ ਤੇ ਇਹ ਵੀ ਵਾਰ ਨਾਲ ਹੀ ਦੇ ਦਿਓ ਵੀ ਇਹ ਸੋਢੀਆਂ ਚ ਹੀ ਰਹੇ। ਇਹ ਗੁਰਤਾ ਅੱਗੇ ਹੋਰ ਪਾਸੇ ਨਾ ਕਿਤੇ ਜਾਵੇ ਸਾਡੇ ਹੀ ਘਰ ਵਿੱਚ ਰਹਿ ਜਾਵੇ। ਰਹਿ ਸਥਿਰ ਅਬ ਇਸੋ ਹੀ ਥਾਨ। ਤੇ ਇਸੇ ਹੀ ਭਾਵ ਸਾਡੇ ਹੀ ਘਰ ਵਿੱਚ ਥਿਰ ਰਵੇ ਟਿਕੀ ਰਵੇ ਗੁਰਤਾ ਗੱਦੀ ਜੋ ਹੈ। ਸੁਨਤ ਕਿਰਪਾਲ ਹੋਏ ਬਚ ਕਹੇ। ਤੇ ਗੁਰੂ ਅਮਰਦਾਸ ਜੀ ਕਿਰਪਾਲੂ ਹੈ ਤਰੁੱਠੇ ਹੋਏ ਸੱਚੇ ਪਾਤਸ਼ਾਹ ਜੀ ਬੋਲੇ ਆ ਨਹਿ ਕਿਤ ਜਾਹੇ ਤਮਹਾ ਘਰ ਰਹੇ। ਮਾਰੇ ਕਹਿੰਦੇ ਨਹੀਂ ਪੁੱਤਰੀ ਇਹ ਕਿਤੇ ਨਹੀਂ ਜਾਵੇਗੀ। ਇਹ ਗੁਰਤਾ ਤੁਹਾਡੇ ਸੋਢੀਆਂ ਵਿੱਚ ਤੇਰੇ ਹੀ ਘਰ ਵਿੱਚ ਰਹੇਗੀ ਅੱਗੇ ਤੁਹਾਡੇ ਹੀ ਅੰਸ਼ ਬੰਸ ਅੰਦਰ। ਤਉ ਬਿਮਲ ਸਲਿਤਾ ਜਲ ਚਲਿਤਾ। ਤੇ ਜਿਵੇਂ ਉਹ ਜਿਹੜਾ ਉਜਲ ਨਦੀ ਦਾ ਜਲ ਚੱਲਦਾ ਹੁੰਦਾ ਹੈ ਪਾਇਹ ਬੰਧਨ ਆਗੇ ਟਲਤਾ। ਤੇ ਉਹਦੇ ਅੱਗੇ ਬੰਧਨ ਪਾ ਦਈਏ। ਜੇ ਚੱਲਦੀ ਨਦੀ ਅੱਗੇ ਬੰਨ ਮਾਰਿਆ ਨਹੀਂ ਜਾਂਦਾ। ਜੇ ਕੋਈ ਚੱਲਦੀ ਨਦੀ ਨੂੰ ਬੰਨ ਮਾਰ ਲਵੇ ਤਾਂ ਹੋਏ ਕਲੇਸ਼ ਉਪਦਰਵ ਭਾਰੇ। ਤੇ ਉਹ ਚੱਲਦੀ ਨਦੀ ਨੂੰ ਜੇ ਬੰਨ ਮਾਰੀਏ ਤੇ ਫਿਰ ਨਦੀ ਆਪਦੇ ਕਿਨਾਰੇ ਛੱਡ ਕੇ ਬਹੁਤ ਨੁਕਸਾਨ ਕਰਦੀ ਹੈ। ਇਹ ਪਰਮੇਸ਼ਰ ਦੀ ਰੀਤ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਸੇਵਾ ਕਰਕੇ ਭਾਈ ਲਹਿਣਾ ਜੀ ਨੂੰ ਗੁਰਤਾ ਪ੍ਰਾਪਤ ਹੋਈ ਹੈ। ਪਰ ਪੁੱਤਰੀ ਭਾਨੀ ਤੁਹਾਡੀ ਵੀ ਸੇਵਾ ਬਹੁਤ ਹੈ। ਜੇ ਤੁਸੀਂ ਇਹ ਵਰ ਮੰਗਦੇ ਹੋ ਵੀ ਤੁਹਾਡੀ ਜਿਹੜੀ ਵਾ ਕੁੱਲ ਵਿੱਚ ਗੁਰਤਾ ਰਹੇ ਤੇ ਜੇ ਇਹ ਤਾਂ ਨਦੀ ਨੂੰ ਬੰਨ ਮਾਰਨ ਦੇ ਬਰਾਬਰ ਹੈ। ਬੰਨ ਮਾਰੀ ਹੋਈ ਨਦੀ ਦਾ ਫਿਰ ਜਲ ਸਾਂਭਣਾ ਔਖਾ ਹੋ ਜਾਂਦਾ। ਗੁਰਤਾ ਤਾਂ ਤੁਹਾਡੇ ਘਰ ਵਿੱਚ ਰਹਿ ਜਾਵੇਗੀ ਪਰ ਕਲੇਸ਼ ਬਹੁਤ ਹੋਵੇਗਾ। ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ। ਪਾਪ ਬਹੁਤ ਭਾਰੇ ਹੋਣਗੇ ਬਹੁਤ ਭਾਰੀ ਕਲੇਸ਼ ਵਿਘਨ ਹੋਣਗੇ। ਬੜੇ ਵੱਡੇ ਜਿਹੜੇ ਵਾ ਉਹ ਕਾਰਨਾਮੇ ਪਾਪ ਉਪਦਰਵ ਕਲੇਸ਼ ਬੜੇ ਝਗੜੇ ਹੋਣਗੇ। ਜਿਨ ਕਾ ਕੋ ਨ ਸਕੈ ਨਿਰਵਾਰੇ। ਤੇ ਉਹਨਾਂ ਨੂੰ ਕੋਈ ਵੀ ਫਿਰ ਨਿਵਰਤੀ ਨਹੀਂ ਕਰ ਸਕੇਗਾ। ਏਡੇ ਝਗੜੇ ਪੈਣਗੇ ਕੋਈ ਨਹੀਂ ਨਿਬੇੜ ਸਕੇਗਾ। ਉਹ ਮਹਾਰਾਜ ਦੇ ਬਚਨ ਉਦੋਂ ਸੱਤ ਹੋਏ ਸੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਿਲਕ ਦਿੱਤਾ। ਉਸ ਰਾਤ ਬਾਬਾ ਪਿਰਥੀ ਚੰਦ ਜੀਆਂ ਬਹੁਤ ਕਲੇਸ਼ ਕੀਤਾ। ਫਿਰ ਜਦੋਂ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦਾਤਿਆਂ ਅਵਤਾਰ ਧਾਰਿਆ ਤੇ ਤਾਇਆ ਹੋਣ ਦੇ ਬਾਵਜੂਦ ਵੀ ਪਿਰਥੀ ਚੰਦ ਵਰਗਿਆਂ ਨੇ ਫਿਰ ਧੰਨ ਗੁਰੂ ਹਰਗੋਬਿੰਦ ਰਾਏ ਮਹਾਰਾਜ ਨੂੰ ਪ੍ਰੋਤ ਦੇ ਦੁਆਰਾ ਦਹੀਂ ਵਿੱਚ ਜ਼ਹਿਰ ਪਾ ਪਾ ਕੇ ਕਦੇ ਸੱਪ ਛੱਡਣੇ ਕਦੇ ਜਿਹੜੀ ਦਾਈ ਦੇ ਆਸਥਾਨਾਂ ਨੂੰ ਜ਼ਹਿਰ ਲਵਾ ਕੇ ਦੁੱਧ ਪਿਆਉਣਾ। ਇਸ ਤਰ੍ਹਾਂ ਦੇ ਬੜੇ ਕੌਤਕ ਜਿਹੜੇ ਵੈ ਪਿਰਥੀ ਚੰਦ ਜੀਆਂ ਕੀਤੇ। ਉਸ ਤੋਂ ਬਾਅਦ ਅੱਗੇ ਉਹ ਜਿਵੇਂ ਇਤਿਹਾਸ ਆ ਹੀ ਜਾਣਾ ਜਿਵੇਂ ਮੀਣੇ ਸੋਢੀਆਂ ਨੇ ਜੋ ਕੀਤਾ। ਹੁਣ ਉਹ ਸਾਰਾ ਹੀ ਜਿਹੜਾ ਵੈ ਗੁਰੂ ਘਰ ਨਾਲ ਈਰਖਾ ਦੇ ਜਿਵੇਂ ਉਹ ਫਿਰ ਜਿਹੜੇ ਰਾਮ ਰਾਜ ਨੇ ਪੰਕਤੀਆਂ ਬਦਲਣੀਆਂ ਦਿੱਲੀ ਦਰਬਾਰ ਅੰਦਰ ਉਹ ਫਿਰ ਇੱਛਾ ਰੱਖਣੀ ਵੀ ਸਾਨੂੰ ਗੁਰਤਾ ਮਿਲੇ। ਉਹ ਗੁਰੂ ਅਮਰਦਾਸ ਮਹਾਰਾਜ ਦਾ ਹੁਣ ਵਾਰ ਹੋ ਰਿਹਾ। ਨਾਲ ਮਹਾਰਾਜ ਜੀ ਵੀ ਕਹਿ ਰਹੇ ਪੁੱਤਰੀ ਨਦੀ ਨੂੰ ਬੰਨ ਮਾਰਨ ਦੇ ਬਰਾਬਰ ਪਾਣੀ ਸੰਭਦਾ ਨਹੀਂ। ਜੇ ਗੁਰਤਾ ਰੱਖੋਗੇ ਘਰੇ ਰਹਿ ਜਾਵੇਗੀ ਪਰ ਇਹਦੇ ਵਾਸਤੇ ਬਹੁਤ ਸ਼ਹੀਦੀਆਂ ਹੋਣਗੀਆਂ ਬਹੁਤ ਭਾਰੀ ਵਿਘਨ ਕਲੇਸ਼ ਹੋਇਆ ਕਰਨਗੇ। ਲక్ష్ਮੀ ਸ਼੍ਰੀ ਨਾਨਕ ਟਿਕ ਗਈ। ਕਿਉਂਕਿ ਜਿਹੜੀ ਲక్ష్ਮੀ ਸੀਗੀ ਆ ਮਾਇਆ ਇਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਇੱਕ ਵਾਰ ਗਈ ਸੀ ਕਰਤਾਰਪੁਰ ਸਾਹਿਬ। ਦੁਆਦਸ ਕੋਸ ਥੂਰ ਥਿਰ ਗਥਾਈ। ਤੇ ਮਹਾਰਾਜ ਨੇ ਇਹਨੂੰ ਅੰਗੀਕਾਰ ਨਹੀਂ ਸੀ ਕੀਤਾ 12 ਕੋ ਦੂਰ ਆਪਣੇ ਤੋਂ ਰੱਖਿਆ ਸੀ। ਖਸ਼ਟ ਕੋਸ ਸ਼੍ਰੀ ਅੰਗਦ ਰਾਖੀ। ਤੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਫਿਰ ਚਰਨੀ ਲੱਗਣ ਵਾਸਤੇ ਗਈ ਲక్ష్ਮੀ ਮਾਇਆ ਕੇ ਮਹਾਰਾਜ ਮੈਨੂੰ ਚਰਨੀ ਲਾਓ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਪੁੱਤਰੀ ਮਾਇਆ ਨੂੰ 6 ਕੋਹ ਦੂਰ ਰੱਖਿਆ ਸੀ।
ਨਿਕਟ ਹੋ ਨ ਕੋ ਤਨਹਾ ਨ ਤੇ ਭਾਖੀ। ਇਹ ਨੇੜੇ ਹੋਣ ਬਾਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਨਹੀਂ ਆਖਿਆ, ਮਾਇਆ ਨੂੰ ਛੇਕੋ ਦੂਰ ਰੱਖਿਆ। ਆਨ ਹਮਾਰੇ ਠਾਡੀ ਦਵਾਰ। ਤੇ ਹੁਣ ਵੀ ਸਾਡੇ ਪਾਸ ਵੀ ਆਈ ਸੀ ਤੇ ਅਸੀਂ ਵੀ ਅੰਗੀਕਾਰ ਨਹੀਂ ਕੀਤਾ। ਜਿਹੜੇ ਗੱਡੇ ਭਰ ਭਰ ਕੇ ਰਸਤਾਂ ਦੇ ਆਉਂਦੇ ਆ ਨਾ, ਗੋਇੰਦਵਾਲ ਦਰਵਾਜ਼ੇ 'ਚ ਹੀ ਖੜੇ ਰਹਿੰਦੇ, ਅੰਦਰ ਨਹੀਂ ਆਉਣ ਦਿੰਦੇ ਅਸੀਂ। ਇਹ ਲక్ష్ਮੀ ਰੂਪ ਧਾਰ ਧਾਰ ਕੇ ਆ ਰਹੀ ਵੰਨ ਸਵੰਨਾ। ਕਰਿਓ ਆਪਨੋ ਜੋਰ ਉਧਾਰ। ਤੇ ਇਹ ਬੜਾ ਉਹਨੇ ਆਪਣਾ ਖੁੱਲਾ ਜ਼ੋਰ ਲਾਉਣਾ ਚਾਹਿਆ, ਪਰ ਹੁਣ ਅਸੀਂ ਵੀ ਅੰਗੀਕਾਰ ਨਹੀਂ ਕੀਤੀ। ਦਰਵਾਜ਼ੇ ਤੀਕਰ ਠੱਲ ਰੱਖੀ, ਪਹਿਲੇ ਜਾਮੇ 12 ਕੋ, ਦੂਜੇ ਜਾਮੇ 6 ਕੋ, ਤੇ ਹੁਣ ਦਰਵਾਜ਼ੇ ਉੱਪਰ ਹੈ। ਪੈ ਸਕਾਰ ਅੰਤਰ ਨਹਿ ਭਇਓ। ਤੇ ਉਹਨੂੰ ਅਸੀਂ ਜਿਹੜਾ ਵਾ ਅੰਗੀਕਾਰ ਨਹੀਂ ਕੀਤਾ, ਉਸ ਲక్ష్ਮੀ ਨੂੰ, ਤੇ ਪ੍ਰਵੇਸ਼ ਨਹੀਂ ਕਰਨ ਦਿੱਤਾ, ਦੂਰ ਹੀ ਰੱਖਿਆ ਹੈ ਦਰਵਾਜ਼ੇ ਉੱਪਰ। ਖਰੀ ਰਹੀ ਦਰ ਪਰ ਹਿਤ ਲਿਓ। ਤੇ ਉਹ ਪ੍ਰੇਮ ਦੇ ਸਹਿਤ ਚਰਨੀ ਲੱਗਣ ਵਾਸਤੇ ਦਰ ਤੇ ਸਾਡੇ ਖੜੀ ਹੋਈ ਹੈ। ਅਬ ਤੁਮਰੇ ਘਰ ਬਿਖੈ ਪ੍ਰਵੇਸ਼ੀ। ਪਰ ਅਸੀਂ ਹੁਣ ਇਹ ਵਰ ਦਿੰਨੇ ਆ ਵੀ ਉਹ ਲక్ష్ਮੀ ਹੁਣ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰੇਗੀ। ਸ਼੍ਰੀ ਰਾਮਦਾਸ ਜੀ ਮਹਾਰਾਜ ਦੇ ਬਿਘਨ ਕਲੇਸ਼ਨ ਬਿਖੈ ਵਿਸ਼ੇਸ਼ੀ। ਪਰ ਨਾਲ ਵਿਘਨ ਤੇ ਕਲੇਸ਼ ਵੀ ਲੈ ਕੇ ਆਵੇਗੀ। ਬਹੁਤ ਵਿਘਨ ਕਲੇਸ਼ ਮਾਇਆ ਦਾ ਬਹੁਤ ਹੋਵੇਗੀ, ਪਰ ਨਾਲ ਹੀ ਉਹ ਵਿਘਨ ਕਲੇਸ਼ ਬੜੇ ਲੈ ਕੇ ਆਉਣਗੇ, ਉਹ ਆਵੇਗੀ। ਜਿਵੇਂ ਹੁਣ ਲక్ష్ਮੀ ਦਾ ਖਾਲਸਾ ਜੀ ਸ਼੍ਰੀ ਰਾਮਦਾਸ ਮਹਾਰਾਜ ਦੇ ਘਰ ਵਿੱਚ ਹੁਣ ਥੋੜੀ ਹੈ ਕਿਤੇ, ਪਰ ਉਹ ਜਿੰਨੇ ਆ ਰੌਲੇ ਉਹ ਪੈਂਦੇ, ਉਹ ਲక్ష్ਮੀ ਆਈ ਤਾਂ ਹੈ ਮਹਾਰਾਜ ਦੇ ਦਰ ਘਰ, ਪਰ ਉਹ ਵੇਖੋ ਨਾ ਹੁਣ ਕਿੰਨੇ ਹੀ ਉਹ ਗੋਲਕਾਂ ਦੇ ਰੌਲੇ ਪਏ ਹੋਏ ਆ, ਕੀ ਕੁਝ ਹੁੰਦਾ, ਕਿਰਪਾਨਾਂ ਚੱਲਦੀਆਂ ਮਹਾਰਾਜ ਦੀ ਹਜ਼ੂਰੀ ਵਿੱਚ, ਪੱਗਾਂ ਲੱਥਦੀਆਂ। ਇਹ ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਵਾ ਵਰਦਾਨ ਦੇ ਦਿੱਤਾ ਵੀ ਲక్ష్ਮੀ ਤਾਂ ਆਵੇਗੀ, ਪਰ ਜਿੱਥੇ ਆਉਂਦੀ ਉੱਥੇ ਕੱਲੀ ਨਹੀਂ ਆਉਂਦੀ, ਨਾਲ ਪਾਪ ਜ਼ਰੂਰ ਲੈ ਕੇ ਆਉਂਦੀ ਹੈ। ਪਾਪਾ ਬਾਝਾ ਹੋਵੇ ਨਾਹੀ, ਇਹ ਪਾਪ ਤੋਂ ਬਿਨਾਂ ਹੁੰਦੀ ਨਹੀਂ, ਜਿੱਥੇ ਹੋਵੇਗੀ ਪਾਪ ਹੋਵੇਗਾ ਹੀ ਹੋਵੇਗਾ। ਤੋ ਇਉਂ ਮਹਾਰਾਜ ਜੀ ਕਹਿ ਰਹੇ ਆ, ਤਾਉ ਅਲੇ ਪਰ ਹੈ ਇਸ ਮਾਹੀ। ਪਰ ਤੁਹਾਡਾ ਜਿਹੜਾ ਪਿਤਾ ਜੀ, ਤੁਹਾਡੇ ਪਤੀ ਆ ਤੇ ਤੁਹਾਡੇ ਅੱਗੇ ਵੰਸ਼ ਹੋਣਗੇ ਨਾ ਗੁਰਤਾ ਤੇ ਬਹਿਣ ਵਾਲੇ, ਉਹ ਇਹ ਮਾਇਆ ਵਿੱਚ ਹੁੰਦਿਆਂ ਹੋਇਆਂ ਵੀ ਨਿਰਲੇਪ ਰਹਿਣਗੇ। ਮਾਇਆ ਪੋਏਗੀ ਨਹੀਂ ਉਹਨਾਂ ਨੂੰ, ਮਾਇਆ ਦੇ ਵਿੱਚ ਹੁੰਦਿਆਂ ਹੋਇਆਂ ਨਿਰਲੇਪ ਰਹਿਣਗੇ। ਇਸੋ ਕੇ ਦੋਸ ਸਕਹਿ ਸਵੈ ਨਾਹੀ। ਔਗਣ ਜਿਹੜੇ ਮਾਇਆ ਦੇ ਉਹ ਤੁਹਾਡੇ ਪਤੀ ਨੂੰ ਜਾਂ ਗੁਰਤਾ ਦੇ ਸਿੰਘਾਸਣ ਤੇ ਬਹਿਣ ਵਾਲੇ ਸਤਿਗੁਰਾਂ ਨੂੰ ਨਹੀਂ ਪੋ ਸਕਣਗੇ। ਦੋਹਰਾ ਇਸ ਪ੍ਰਕਾਰ ਬਰ ਗੁਰ ਦਏ। ਇਸ ਤਰ੍ਹਾਂ ਦੇ ਵਰਦਾਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਨੂੰ ਔਰ ਬੀਬੀ ਭਾਨੀ ਜੀ ਆਪਣੀ ਪੁੱਤਰੀ ਨੂੰ ਦਿੱਤੇ ਆ। ਮੁਦਤ ਸੁਤਾ ਹਿਤ ਮਾਨ। ਤੇ ਇਧਰ ਬੀਬੀ ਭਾਨੀ ਜੀ ਬਹੁਤ ਖੁਸ਼ ਹੋ ਰਹੇ ਆ। ਰਾਮਦਾਸ ਸ਼੍ਰੀ ਸਤਿਗੁਰੂ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰੂ ਬਣਾ ਦਿੱਤੇ ਆ, ਗੁਰਤਾ ਤਿਲਕ ਦੇ ਦਿੱਤਾ ਹੈ। ਕੀਨੇ ਬਿਦਤ ਜਹਾਨ। ਤੇ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੱਤੇ ਆ, ਸਭ ਸੰਸਾਰ ਨੂੰ ਪੈਰੀ ਪਾਇਆ। ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਭ ਸੰਸਾਰ ਚਰਨੀ ਆਣ ਲਗਾਇਆ ਹੈ। ਐਸੇ ਹਨ ਦੀਨਾ ਬੰਧੂ ਧੰਨ ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਜਿਹੜਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨੀ ਪਾਇਆ। ਜਦੋਂ ਗੁਰਤਾ ਤਿਲਕ ਦਿੱਤਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਪਣਾ ਪਿਛੋਕੜ ਯਾਦ ਕਰਕੇ, ਭਾਵ ਗਰੀਬੀ ਬੜੀ ਸੀ ਨਾ, ਗੁਰੂ ਰਾਮਦਾਸ ਮਹਾਰਾਜ ਜੀ ਬਚਪਨ ਵਿੱਚ ਘੁੰਗਣੀਆਂ ਵੇਚਦੇ ਰਹੇ, ਆਪਾਂ ਸੁਣਿਆ ਪਿੱਛੇ ਪ੍ਰਸੰਗ। ਤੇ ਗੁਰੂ ਰਾਮਦਾਸ ਮਹਾਰਾਜ ਜੀ ਇੱਥੇ ਨੇਤਰ ਨਾਮ ਕਰ ਆਏ ਸੀ, ਬਹੁਤ ਰੋ ਰੋ ਕੇ ਮਹਾਰਾਜ ਨੇ ਚੋਲਾ ਗਿੱਲਾ ਕਰ ਦਿੱਤਾ ਸੀ ਗੁਰੂ ਅਮਰਦਾਸ ਮਹਾਰਾਜ ਦੀ ਏਡੀ ਮਿਹਰ ਵੇਖ ਕੇ। ਉੱਥੇ ਫਿਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਿਆ, ਸਤਿਗੁਰਾਂ ਨੇ ਉਥੇ ਇਹ ਬਚਨ ਉਚਾਰਿਆ ਸੀ ਗਰੀਬ ਨਵਾਜ ਗੁਰੂ ਰਾਮਦਾਸ ਜੀਆਂ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨਹੁ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਝੂਕੇ ਸਭ ਸੋਗ ਸੰਤਾਪੇ। ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਗੁਰੂ ਅਮਰਦੇਵ ਜੀ ਮਹਾਰਾਜ ਦੀ ਮਹਾਨ ਕਿਰਪਾ ਵੇਖ ਕੇ ਕਹੇ ਸਨ। ਇਹ ਪਾਵਨ ਪਵਿੱਤਰ ਪ੍ਰਸੰਗ ਆਪ ਸੰਗਤ ਦੇ ਹਿਰਦੇ ਵਿੱਚ ਵਸੇ। ਜਦੋਂ ਫਿਰ ਬਾਬਾ ਮੋਹਨ ਜੀ ਮਹਾਰਾਜ ਦੇ ਚਰਨੀ ਨਾ ਲੱਗੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ, ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ ਸੀ ਕਿ ਪੁੱਤਰ ਮੋਹਰੀ, ਜੇ ਨਹੀਂ ਨਾ ਇਹਨਾਂ ਦੇ ਚਰਨੀ ਲੱਗਦਾ ਤੇ ਆਫਰੇ ਹੀ ਰਹੇਗਾ। ਤੇ ਬਾਬਾ ਮੋਹਨ ਜੀਆਂ ਨੂੰ ਫਿਰ ਅਫਰੇਵਾ ਰਹਿੰਦਾ ਸੀ ਸਦਾ ਹੀ।
ਤੋ ਫਿਰ ਜਦੋਂ ਮਹਾਰਾਜ ਦੇ ਚਰਨੀ ਵੀ ਲੱਗੇ, ਬਾਬਾ ਮੋਹਨ ਜੀ ਜਦੋਂ ਮਹਾਰਾਜ ਜੀ ਸੱਚਖੰਡ ਚਲੇ ਗਏ ਸੀ, ਚੁਬਾਰਾ ਸਾਹਿਬ ਆ ਕੇ ਬੇਨਤੀ ਕੀਤੀ ਸੀ ਬਾਬਾ ਮੋਹਨ ਜੀਆਂ ਨੇ। ਚੁਬਾਰਾ ਸਾਹਿਬ 'ਚ ਇਹ ਆਵਾਜ਼ ਆਈ ਸੀ ਵੀ ਪੁੱਤਰ ਉਦੋਂ ਸਮਾਂ ਸੀ ਜੇ ਰਾਮਦਾਸ ਜੀ ਦੇ ਪੈਰੀ ਪੈ ਜਾਣੋ, ਹੁਣ ਇਹਨਾਂ ਦੇ ਪੁੱਤਰ ਕਿਸੇ ਸਮੇਂ ਤੁਹਾਡੇ ਕੋਲ ਆਉਣਗੇ ਅਰਜੁਨ ਦੇਵ ਜੀ, ਉਹਨਾਂ ਦੇ ਚਰਨੀ ਲੱਗ ਜਾਣਾ, ਚਰਨ ਸਪਰਸ਼ ਕਰਨ ਦੇ ਨਾਲ ਹੀ ਜਿਹੜਾ ਤੁਹਾਡਾ ਫਰੇਵਾ ਇਹ ਰੋਗ ਦੁੱਖ ਦੂਰ ਹੋਵੇਗਾ। ਗੁਰੂ ਅਰਜੁਨ ਦੇਵ ਜੀ ਮਹਾਰਾਜ ਫਿਰ ਪੋਥੀਆਂ ਲੈਣ ਵਾਸਤੇ ਗੋਇੰਦਵਾਲ ਸਾਹਿਬ ਆਏ ਸੀ। ਉਦੋਂ ਮਾਮਾ ਲੱਗਦੇ ਸੀ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ। ਫਿਰ ਚਰਨੀ ਪੈਣ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੁਸੀਂ ਸਾਡੇ ਰਿਸ਼ਤੇ 'ਚ ਮਾਮਾ ਲੱਗਦੇ ਹੋ, ਚਰਨੀ ਅਸੀਂ ਪੈਣਾ, ਤੁਹਾਨੂੰ ਕਿਵੇਂ ਪੈਣ ਦਈਏ। ਫਿਰ ਉਹ ਦੱਸਿਆ ਸੀ ਸ਼੍ਰੀ ਅਰਜੁਨ ਦੇਵ ਜੀ ਗੁਰੂ ਗਰੀਬ ਨਿਵਾਜ ਜੀਆਂ ਨੂੰ, ਬਾਬਾ ਮੋਹਨ ਜੀਆਂ, ਕਿ ਨਹੀਂ ਮਹਾਰਾਜ ਪੈ ਲੈਣ ਦੋ ਚਰਨੀ, ਬੜੇ ਚਿਰ ਦਾ ਦੁੱਖ ਕੱਟਿਆ, ਪਹਿਲਾਂ ਅਸੀਂ ਤੁਹਾਡੇ ਪਿਤਾ ਦੇ ਚਰਨੀ ਨਹੀਂ ਸੀ ਪਏ। ਤੇ ਸਾਡੇ ਗੁਰਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਖਿਆ ਸੀਗਾ ਕਿ ਚਰਨੀ ਤਾਂ ਪੁੱਤਰ ਪੈਣਾ ਹੀ ਪੈਣਾ, ਜੇ ਇਹਨਾਂ ਦੇ ਨਾਮ ਪਾਇਓ ਤੇ ਇਹਨਾਂ ਦੇ ਗਾਂ ਪੁੱਤਰ ਦੇ ਪੈਣਾ ਪਵੇਗਾ, ਫੇਰ ਹੀ ਫਰੇਵਾਂ ਦੂਰ ਹੋਵੇਗਾ। ਤੋ ਮਹਾਰਾਜ ਇਹ ਸਾਡਾ ਦੁੱਖ ਤਕਲੀਫ ਆਪ ਜੀ ਕੱਟੋ। ਫਿਰ ਬਾਬਾ ਮੋਹਨ ਜੀ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨੀ ਲੱਗੇ। ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਬਚਨ ਬਾਬਾ ਮੋਹਨ ਜੀ ਦੇ ਪਰਥਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਿਆ ਜਦੋਂ ਪੋਥੀਆਂ ਲੈਣ ਆਏ ਆ ਹਰਿਮੰਦਰ ਅੰਮ੍ਰਿਤਸਰ ਸਾਹਿਬ ਤੋਂ। ਇਹ ਪਾਵਨ ਪਵਿੱਤਰ ਪ੍ਰਸੰਗ ਆਪ ਸੰਗਤ ਦੇ ਹਿਰਦੇ ਵਸੇ, ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ ਆਪ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਪ੍ਰਕਾਰ ਬਰ ਗੁਰ ਦਏ, ਮੁਦਤ ਸੁਤਾ ਹਿਤ ਮਾਨ। ਰਾਮਦਾਸ ਸ਼੍ਰੀ ਸਤਿਗੁਰੂ, ਕੀਨੇ ਬਿਦਤ ਜਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਹਿ ਕੈ ਸਦਾ ਸੰਗ ਨਿਧਾਰਾ, ਆਧਾਰ। ਹੈ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣ ਹਸ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।